ਅੱਜ ਦੁਨੀਆ ਭਰ ਵਿੱਚ ਅਨੇਕਾਂ ਅਖਬਾਰ ਛਪਦੇ ਨੇ। ਕਈ ਕਾਗਜ਼ ਉੱਪਰ ਛਪਦੇ ਨੇ ਅਤੇ ਕਈ ਡਿਜੀਟਲ ਰੂਪ ਵਿੱਚ ਪਾਠਕਾਂ ਤੱਕ ਪਹੁੰਚਦੇ ਨੇ। ਹੋਰ ਹੁਣ ਤਾਂ ਖੇਤਰੀ ਭਾਸ਼ਾਵਾਂ ਵਿੱਚ ਵੀ ਆਧੁਨਿਕ ਢੰਗ ਤਰੀਕਿਆਂ ਨਾਲ ਅਖਬਾਰ ਛਪਣ ਲੱਗੇ ਨੇ। ਭਾਰਤ ਵਿੱਚ ਅਖਬਾਰ ਛਪਣ ਦਾ ਇੱਕ ਲੰਮਾ ਇਤਿਹਾਸ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇਸ਼ ਦਾ ਸਭ ਤੋਂ ਪਹਿਲਾ ਅਖਬਾਰ ਕਿਹੜਾ ਸੀ? ਇਹ ਉਹ ਅਖਬਾਰ ਸੀ ਜੋ ਨਾ ਸਿਰਫ ਭਾਰਤ ਦੇਸ਼ ਦਾ ਬਲਕਿ ਸਮੁੱਚੇ ਏਸ਼ੀਆ ਮਹਾਂਦੀਪ ਦਾ ਵੀ ਪਹਿਲਾ ਅਖਬਾਰ ਸੀ ਜੋ ਭਾਰਤ ਵਿੱਚ ਹੀ ਛਪਣਾ ਸ਼ੁਰੂ ਹੋਇਆ ਸੀ। ਆਓ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਇਸ ਪਹਿਲੇ ਅਖਬਾਰ ਬਾਰੇ ਜਾਣਦੇ ਹਾਂ। ਇਹ ਕਿੱਥੋਂ ਛਪਣਾ ਸ਼ੁਰੂ ਹੋਇਆ ਅਤੇ ਇਸ ਦੀ ਖਾਸੀਅਤ ਕੀ ਸੀ ਅਤੇ ਕਿਵੇਂ ਇਸ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਭਾਰਤ ਵਿੱਚ ਛਪਣ ਵਾਲੇ ਪਹਿਲੇ ਅਖਬਾਰ ਦਾ ਨਾਂ ਸੀ ਹਿੱਕੀਜ਼ ਬੰਗਾਲ ਗੈਜ਼ਟ ਅਤੇ ਇਸ ਨੂੰ ਓਰੀਜਨਲ ਕਲਕੱਤਾ ਜਨਰਲ ਐਡਵਰਟਾਈਜ਼ਰ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਇਹ ਅੰਗਰੇਜ਼ੀ ਭਾਸ਼ਾ ਵਿੱਚ ਛਪਦਾ ਸੀ ਅਤੇ ਹਫ਼ਤੇ ਵਿੱਚ ਇੱਕ ਦਿਨ ਪ੍ਰਕਾਸ਼ਿਤ ਹੋਇਆ ਕਰਦਾ ਸੀ। ਇਸ ਨੂੰ ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ, ਬੰਗਾਲ ਸੂਬੇ ਦੇ ਉਸ ਵੇਲੇ ਦੇ ਕਲਕੱਤਾ ਸ਼ਹਿਰ ਤੋਂ ਛਾਪਿਆ ਜਾਂਦਾ ਸੀ। ਉਹ ਸ਼ਹਿਰ ਜਿਸ ਦਾ ਨਾਂ ਹੁਣ ਕੋਲਕਾਤਾ ਹੋ ਚੁੱਕਾ ਹੈ। ਉਸ ਵੇਲੇ ਕਲਕੱਤਾ ਸ਼ਹਿਰ ਨੂੰ ਬ੍ਰਿਟਿਸ਼ ਹਕੂਮਤ ਵਾਲੇ ਭਾਰਤ ਦੀ ਰਾਜਧਾਨੀ ਮੰਨਿਆ ਜਾਂਦਾ ਸੀ ਅਤੇ ਇਸੇ ਕਰਕੇ ਇਸ ਸ਼ਹਿਰ ਤੋਂ ਇਸ ਅਖਬਾਰ ਦੀ ਪ੍ਰਕਾਸ਼ਨਾ ਸ਼ੁਰੂ ਹੋਈ। ਇਸ ਬਾਰੇ ਵੱਡਾ ਤੱਥ ਇਹ ਹੈ ਕਿ ਨਾ ਸਿਰਫ ਇਹ ਭਾਰਤ ਦਾ ਪਹਿਲਾ ਛਪਣ ਵਾਲਾ ਅਖਬਾਰ ਸੀ ਬਲਕਿ ਸਮੁੱਚੇ ਏਸ਼ੀਆ ਖੇਤਰ ਵਿੱਚ ਵੀ ਆਪਣੀ ਕਿਸਮ ਦਾ ਇਹ ਪਹਿਲਾ ਅਖਬਾਰ ਸੀ। ਇਸ ਅਖਬਾਰ ਦੇ ਬਾਰੇ ਇਹ ਪਤਾ ਲੱਗਦਾ ਹੈ ਕਿ ਇਹ ਸੰਨ 1780 ਵਿੱਚ ਛਪਣਾ ਸ਼ੁਰੂ ਹੋਇਆ ਅਤੇ ਕੁੱਲ 2 ਸਾਲ ਤੱਕ ਇਹ ਲਗਾਤਾਰ ਛਪਿਆ। ਸੰਨ 1782 ਵਿੱਚ ਇਸ ਨੂੰ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਈਸਟ ਇੰਡੀਆ ਕੰਪਨੀ ਵੱਲੋਂ ਇਸ ਅਖਬਾਰ ਦੇ ਉੱਪਰ ਆਪਣਾ ਪ੍ਰਬੰਧ ਥਾਪ ਦਿੱਤਾ ਗਿਆ। ਇਸ ਅਖਬਾਰ ਦੀ ਸਥਾਪਨਾ ਜੇਮਸ ਆਗਸਟਸ ਹਿੱਕੀ ਨਾਂ ਦੇ ਇੱਕ ਆਇਰਲੈਂਡ ਦੇ ਵਿਅਕਤੀ ਨੇ ਸ਼ੁਰੂ ਕੀਤੀ ਸੀ। ਇਸੇ ਕਰਕੇ ਉਸ ਦੇ ਨਾਂ ਉੱਤੇ ਹੀ ਇਸ ਅਖਬਾਰ ਦਾ ਨਾਂ ਜੁੜਿਆ। ਇਸੇ ਕਰਕੇ ਇਸ ਅਖਬਾਰ ਨੂੰ ਜਾਣਿਆ ਜਾਂਦਾ ਸੀ ਹਿੱਕੀਜ਼ ਬੰਗਾਲ ਗੈਜ਼ਟ, ਭਾਵ ਹਿੱਕੀ ਵੱਲੋਂ ਛਾਪਿਆ ਗਿਆ ਬੰਗਾਲ ਗੈਜ਼ਟ। ਇਸ ਅਖਬਾਰ ਵਿੱਚ ਪ੍ਰਕਾਸ਼ਿਤ ਹੋਣ ਵਾਲੀ ਸਮੱਗਰੀ ਕਾਫੀ ਸਿੱਧੀ ਅਤੇ ਸਪਸ਼ਟ ਭਾਸ਼ਾ ਵਿੱਚ ਹੁੰਦੀ ਸੀ ਅਤੇ ਡੂੰਘੀਆਂ ਟਕੋਰਾਂ ਕਰਦੀ ਸੀ। ਇਸ ਅਖਬਾਰ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਦੀ ਨੀਂਹ ਰੱਖਣ ਦਾ ਇੱਕ ਪ੍ਰਮੁੱਖ ਕੰਮ ਇਸ ਅਖਬਾਰ ਨੇ ਕੀਤਾ। ਪ੍ਰਬੰਧਕੀ ਢਾਂਚੇ ਵਿੱਚ ਉਸ ਵੇਲੇ ਦੇ ਗਵਰਨਰ ਜਨਰਲ ਵਾਰਨ ਹੇਸਟਿੰਗਸ ਦੀ ਵੀ ਇਸ ਅਖਬਾਰ ਜ਼ਰੀਏ ਕਾਫੀ ਆਲੋਚਨਾ ਹੁੰਦੀ ਸੀ ਅਤੇ ਨੀਤੀਆਂ ਅਤੇ ਪ੍ਰਸ਼ਾਸਨ ਦੇ ਢੰਗ ਤਰੀਕਿਆਂ ਸੰਬੰਧੀ ਵੀ ਇਸ ਅਖਬਾਰ ਜ਼ਰੀਏ ਸਵਾਲ ਅਕਸਰ ਉੱਠਦੇ ਸਨ। ਇਸ ਅਖਬਾਰ ਦੀ ਸੰਪਾਦਕੀ ਵਿੱਚ ਅਕਸਰ ਵਿਅੰਗ ਅਤੇ ਇਸੇ ਤਰ੍ਹਾਂ ਦਾ ਇੱਕ ਅੰਦਾਜ਼ ਨਜ਼ਰ ਆਉਂਦਾ ਸੀ। ਕਈ ਵਾਰ ਇਸ ਅਖਬਾਰ ਨੇ ਕਈ ਵਿਵਾਦਿਤ ਮੁੱਦਿਆਂ ਸੰਬੰਧੀ ਵੀ ਬੇਬਾਕੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਅਜਿਹੇ ਮੁੱਦੇ ਜੋ ਉਹਨਾਂ ਦਿਨਾਂ ਦੇ ਸਮਾਜ ਦੌਰਾਨ ਆਮ ਤੌਰ 'ਤੇ ਚਰਚਾ ਵਿੱਚ ਨਹੀਂ ਸੀ ਆਉਂਦੇ। ਇਹ ਅਖਬਾਰ ਸਮੁੱਚੇ ਰੂਪ ਵਿੱਚ ਜੰਗ ਵਿਰੋਧੀ ਅਤੇ ਵੱਖ-ਵੱਖ ਵੱਡੇ ਦੇਸ਼ਾਂ ਵੱਲੋਂ ਛੋਟੇ ਦੇਸ਼ਾਂ ਨੂੰ ਆਪਣੀਆਂ ਕਲੋਨੀਆਂ ਬਣਾਉਣ ਦੀ ਨੀਤੀ ਖਿਲਾਫ ਵੀ ਆਵਾਜ਼ ਬੁਲੰਦ ਕਰਦੀ ਸੀ। ਇਸ ਤੋਂ ਇਲਾਵਾ ਇਸ ਅਖਬਾਰ ਨੇ ਸਮਾਜ ਦੇ ਆਰਥਿਕ ਪੱਖੋਂ ਪਛੜੇ ਵਰਗ ਲਈ ਬਰਾਬਰ ਹੱਕਾਂ ਦੀ ਮੰਗ ਵੀ ਕੀਤੀ ਅਤੇ ਸਰਕਾਰ ਵੱਲੋਂ ਲਾਏ ਜਾਂਦੇ ਟੈਕਸ ਸੰਬੰਧੀ ਵੀ ਆਪਣੇ ਵਿਚਾਰ ਖੁੱਲ੍ਹ ਕੇ ਦੱਸੇ ਸਨ। ਇਸੇ ਕਰਕੇ ਇਹ ਅਖਬਾਰ ਉਹਨਾਂ ਦਿਨਾਂ ਦੌਰਾਨ ਕਾਫੀ ਚਰਚਿਤ ਹੋਈ ਸੀ। ਇਸ ਅਖਬਾਰ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਫੌਜੀ ਵੀ ਪੜ੍ਹਿਆ ਕਰਦੇ ਸਨ ਅਤੇ ਨਾਲ ਦੀ ਨਾਲ ਭਾਰਤ ਦੇ ਉਸ ਵੇਲੇ ਦੇ ਪੜ੍ਹਨ ਦੇ ਸਮਰੱਥ ਲੋਕਾਂ ਨੂੰ ਵੀ ਇਸ ਅਖਬਾਰ ਨੇ ਕਾਫੀ ਪ੍ਰਭਾਵਿਤ ਕੀਤਾ ਸੀ।